ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਪੂਜਾ ਗਰੋਵਰ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਬਰਨਾਲਾ ਤੋਂ ਅੱਜ ਤੁਹਾਡੇ ਨਾਲ ਤੁਹਾਡੀ 8ਵੀਂ ਕਲਾਸ ਦਾ ਪਾਠ ਪਹਿਲਾ ਲੈ ਕੇ ਹਾਜ਼ਰ ਹੋਈ ਹਾਂ, ਜਿਸ ਦਾ ਨਾਮ ਹੈ MS ਵਰਡ ਵਿੱਚ ਟੇਬਲ ਅਤੇ ਮੇਲ ਮਰਜ ਦੇ ਨਾਲ ਕੰਮ ਕਰਨਾ। ਤਾਂ ਪਿਆਰੇ ਵਿਦਿਆਰਥੀਓ, ਮੇਰੇ ਦੁਆਰਾ ਸਮਝਾਏ ਗਏ ਇਸ ਪਾਠ ਦੇ ਵਿੱਚ ਜੋ ਵੀ ਟੌਪਿਕ ਹੋਣਗੇ ਉਸ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅੱਗੇ ਅਸੀਂ ਕਰਦੇ ਹਾਂ ਕਿ ਇਸ ਪਾਠ ਵਿੱਚ ਅਸੀਂ ਕੀ ਕੁਝ ਪੜਾਂਗੇ। ਇਸ ਪਾਠ ਵਿੱਚ ਅਸੀਂ ਕਰਨਾ ਹੈ ਟੇਬਲ ਕੀ ਹੁੰਦਾ ਹੈ, ਡਾਕੂਮੈਂਟ ਵਿੱਚ ਟੇਬਲ ਇੰਸਰਟ ਕਰਨ ਦੇ ਕਿਹੜੇ-ਕਿਹੜੇ ਤਰੀਕੇ ਹਨ, ਅਸੀਂ ਆਪਣੇ ਡਾਕੂਮੈਂਟ ਵਿੱਚ ਟੇਬਲ ਕਿਸ ਤਰ੍ਹਾਂ ਇੰਸਰਟ ਕਰ ਸਕਦੇ ਹਾਂ, ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਬਾਰੇ ਅਸੀਂ ਸਿੱਖਾਂਗੇ, ਕੋਈ ਇੱਕ ਤਰੀਕਾ ਜਿਸ ਦੇ ਨਾਲ ਕਾਲਮ ਦੀ ਚੌੜਾਈ ਅਸੀਂ ਬਦਲ ਸਕਦੇ ਹਾਂ, ਮਰਜ ਸੈੱਲ ਆਪਸ਼ਨ ਦੀ ਵਰਤੋਂ ਬਾਰੇ, ਡਾਟਾ ਸੋਰਸ ਕੀ ਹੁੰਦਾ ਹੈ, ਮੁੱਖ ਡਾਕੂਮੈਂਟ ਕੀ ਹੁੰਦਾ ਹੈ, ਸ਼ਬਦ ਮੇਲ ਮਰਜ ਤੋਂ ਤੁਸੀਂ ਕੀ ਸਮਝਦੇ ਹੋ, ਮੇਲ ਮਰਜ ਨੂੰ ਕਰਨ ਦੇ ਕੀ ਸਟੈਪ ਹਨ, ਟੇਬਲ ਦੀ ਅਲਾਈਨਮੈਂਟ ਕਰਨ ਦਾ ਕੀ ਤਰੀਕਾ ਹੈ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ, ਟੇਬਲ ਕੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਸਾਡੀ ਆਮ ਭਾਸ਼ਾ ਵਿੱਚ ਵੀ ਆਮ ਜ਼ਿੰਦਗੀ ਵਿੱਚ ਵੀ ਇਹ ਟੇਬਲ ਸ਼ਬਦ ਜੋ ਅਸੀਂ ਬਹੁਤ ਵਰਤਦੇ ਹਾਂ, ਜੋ ਸਾਡੀ ਆਮ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ, ਪਰ MS ਵਰਡ ਦੇ ਵਿੱਚ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਇਹ ਸ਼ਬਦ ਬਿਲਕੁਲ ਵੱਖਰਾ ਹੈ। ਟੇਬਲ ਡਾਟੇ ਨੂੰ ਰੋ ਅਤੇ ਕਾਲਮ ਦੇ ਵਿੱਚ ਲਿਖਣ ਦਾ ਇੱਕ ਤਰੀਕਾ ਹੈ। ਟੇਬਲ ਆਇਤ ਜਾਂ ਵਰਗ ਸੈੱਲ ਨਾਲ ਸੰਬੰਧਿਤ ਹੁੰਦੇ ਹਨ। ਲੇਟਵੀਆਂ ਲਾਈਨਾਂ ਨੂੰ ਅਸੀਂ ਰੋ ਅਤੇ ਖੜਵੀਆਂ ਲਾਈਨਾਂ ਨੂੰ ਅਸੀਂ ਕਾਲਮ ਆਖਦੇ ਹਾਂ, ਅਤੇ ਜਿੱਥੇ ਵੀ ਰੋ ਅਤੇ ਕਾਲਮ ਦੇ ਕਾਟ ਖੇਤਰ ਨੂੰ ਅਸੀਂ ਸੈੱਲ ਆਖਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ, ਖੜਵੀਆਂ ਲਾਈਨਾਂ ਨੂੰ ਅਸੀਂ ਕਾਲਮ ਆਖਦੇ ਹਾਂ ਅਤੇ ਲੇਟਵੀਆਂ ਲਾਈਨਾਂ ਨੂੰ ਅਸੀਂ ਰੋ ਆਖਦੇ ਹਾਂ। ਇਹ ਹੈ ਟੇਬਲ ਕੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਟੇਬਲ ਨੂੰ ਚੰਗੀ ਤਰ੍ਹਾਂ ਨਾਲ ਸਮਝਣਾ ਹੈ, ਕਿਉਂਕਿ ਸਾਰੇ ਅਗਲੇ ਪ੍ਰਸ਼ਨ ਇਸੇ ਨਾਲ ਹੀ ਸੰਬੰਧਿਤ ਹਨ। ਤਾਂ ਇਹ ਸਾਡਾ ਮੁੱਖ ਪ੍ਰਸ਼ਨ ਹੈ। ਅੱਗੇ ਅਸੀਂ ਕਰਾਂਗੇ ਸਾਡਾ ਦੂਸਰਾ ਪ੍ਰਸ਼ਨ, ਡਾਕੂਮੈਂਟ ਵਿੱਚ ਟੇਬਲ ਇੰਸਰਟ ਕਰਨ ਦੇ ਕਿਹੜੇ-ਕਿਹੜੇ ਤਰੀਕੇ ਹਨ। MS ਵਰਡ ਦੇ ਵਿੱਚ ਟੇਬਲ ਅਸੀਂ 3 ਤਰੀਕਿਆਂ ਦੇ ਨਾਲ ਇੰਸਰਟ ਕਰ ਸਕਦੇ ਹਾਂ, ਬਣਾ ਸਕਦੇ ਹਾਂ। 3 ਤਰੀਕੇ ਹਨ, ਟੇਬਲ ਬਟਨ ਦੀ ਵਰਤੋਂ ਨਾਲ, ਇੰਸਰਟ ਟੇਬਲ ਆਪਸ਼ਨ ਨਾਲ, ਡਰਾ ਟੇਬਲ ਆਪਸ਼ਨ ਦੇ ਨਾਲ, ਜੋ ਕਿ ਸਕਰੀਨ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਹੀਆਂ ਹਨ। ਇਹ ਤਿੰਨੋਂ ਆਪਸ਼ਨਸ ਜਿਸ ਦੇ ਨਾਲ ਤੁਸੀਂ ਟੇਬਲ ਬਣਾ ਸਕਦੇ ਹੋ। ਅਗਲਾ ਸਾਡਾ ਪ੍ਰਸ਼ਨ ਹੈ, ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਬਾਰੇ ਦੱਸੋ। ਸਪਲਿਟ ਕਰਨਾ, ਸੈੱਲ ਨੂੰ ਕਈ ਹਿੱਸਿਆਂ ਦੇ ਵਿੱਚ ਵੰਡਣਾ। ਇਸ ਦੀ ਥਿਊਰੀ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਤਸਵੀਰ ਦਿਖਾਉਂਗੀ, ਜਿਸ ਦੇ ਨਾਲ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹੋ। ਸਭ ਤੋਂ ਪਹਿਲਾਂ ਅਸੀਂ ਲੇਆਊਟ ਟੈਬ ਦੇ ਉੱਪਰ ਕਲਿੱਕ ਕਰਦੇ ਹਾਂ, ਉਸ ਤੋਂ ਬਾਅਦ ਸਪਲਿਟ ਸੈੱਲ ਆਪਸ਼ਨ 'ਤੇ ਕਲਿੱਕ ਕਰਦੇ ਹਾਂ। ਤਾਂ ਇੱਕ ਸੈੱਲ ਅਸੀਂ ਸਿਲੈਕਟ ਕਰ ਲੈਂਦੇ ਹਾਂ, ਜੋ ਉਸ ਵਿੰਡੋ ਦੇ ਵਿੱਚ ਅਸੀਂ ਐਕਸਲ ਦੇ ਵਿੱਚ ਜਾਂ MS ਵਰਡ ਦੇ ਵਿੱਚ ਅਸੀਂ ਬਣਾਉਂਦੇ ਹਾਂ। ਤਾਂ ਉਸ ਸੈੱਲ ਨੂੰ ਅਸੀਂ ਸਿਲੈਕਟ ਕਰ ਲਿਆ। ਇਸ ਤੋਂ ਬਾਅਦ ਅਗਲੀ ਵਿੰਡੋ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਸਪਲਿਟ ਸੈੱਲ ਦੇ ਨਾਲ ਰਿਲੇਟਡ ਇੱਕ ਵਿੰਡੋ ਦਿਖਾਈ ਦੇਵੇਗੀ, ਜਿਸ ਦੇ ਵਿੱਚ ਅਸੀਂ ਨੰਬਰ ਆਫ ਕਾਲਮ ਅਤੇ ਨੰਬਰ ਆਫ ਰੋਜ਼ ਅਸੀਂ ਨਿਰਧਾਰਿਤ ਕਰਨੇ ਹਨ ਕਿ ਅਸੀਂ ਇਸ ਫੋਟੋ ਵਾਲੇ ਸੈੱਲ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਣਾ ਹੈ, ਕਿੰਨੀਆਂ ਉਸਦੇ ਰੋ ਬਣਾਉਣੀਆਂ ਹਨ ਅਤੇ ਕਿੰਨੇ ਉਸਦੇ ਕਾਲਮ ਬਣਾਉਣੇ ਹਨ। ਤਾਂ ਅਗਲੀ ਤਸਵੀਰ ਵਿੱਚ ਤੁਸੀਂ ਦੇਖਦੇ ਹੋ ਕਿ ਓਕੇ ਕਰਨ ਤੋਂ ਬਾਅਦ ਇਹ ਇਸ ਤਰ੍ਹਾਂ ਨਾਲ ਇਹ ਦਿਖਾਈ ਦੇਵੇਗਾ। ਇਸ ਕਾਲਮ ਦੇ ਇਸ ਸੈੱਲ ਦੇ 2 ਕਾਲਮ ਬਣ ਜਾਣਗੇ ਅਤੇ ਇਸ ਦੀਆਂ 2 ਹੀ ਰੋ ਬਣ ਜਾਣਗੀਆਂ। ਤਾਂ ਇਹ ਕਿਸ ਤਰ੍ਹਾਂ ਨਾਲ ਸੰਭਵ ਹੋਇਆ ਹੈ, ਕਿਸ ਤਰ੍ਹਾਂ ਤੁਸੀਂ ਕਰਨਾ ਹੈ, ਉਸ ਦੇ ਲਈ ਸਟੈਪ ਹਨ। ਉਹ ਸੈੱਲ ਸਿਲੈਕਟ ਕਰਨਾ ਹੈ ਜਿਸ ਨੂੰ ਅਸੀਂ ਸਪਲਿਟ ਕਰਨਾ ਚਾਹੁੰਦੇ ਹਾਂ। ਲੇਆਊਟ ਟੈਬ 'ਤੇ ਕਲਿੱਕ ਕਰਨਾ ਹੈ, ਮਰਜ ਗਰੁੱਪ ਤੋਂ ਸਪਲਿਟ ਸੈੱਲ ਬਟਨ 'ਤੇ ਕਲਿੱਕ ਕਰਨਾ ਹੈ। ਸਪਲਿਟ ਸੈੱਲਸ ਡਾਇਲੌਗ ਬਾਕਸ ਨਜ਼ਰ ਆਏਗਾ। ਕਾਲਮ ਅਤੇ ਰੋ ਦੀ ਗਿਣਤੀ ਨਿਰਧਾਰਿਤ ਕਰਕੇ ਓਕੇ ਬਟਨ ਉੱਪਰ ਕਲਿੱਕ ਕਰ ਦੇਣਾ ਹੈ, ਜਿਸ ਦੇ ਨਾਲ ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਨਾਲ ਤੁਸੀਂ ਇੱਕ ਸੈੱਲ ਨੂੰ ਕਈ ਰੋ ਅਤੇ ਕਾਲਮ ਦੇ ਵਿੱਚ ਵੰਡ ਸਕਦੇ ਹੋ। ਤਾਂ ਅੱਗੇ ਅਸੀਂ ਕਰਾਂਗੇ ਸਾਡਾ ਅਗਲਾ ਪ੍ਰਸ਼ਨ ਹੈ, ਕੋਈ ਇੱਕ ਤਰੀਕਾ ਜਿਸ ਦੇ ਦੁਆਰਾ ਅਸੀਂ ਕਾਲਮ ਦੀ ਚੌੜਾਈ ਨੂੰ ਬਦਲ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਕਾਲਮ ਕੀ ਹੁੰਦਾ ਹੈ ਅਸੀਂ ਪਹਿਲੇ ਪ੍ਰਸ਼ਨ ਦੇ ਵਿੱਚ ਚੰਗੀ ਤਰ੍ਹਾਂ ਨਾਲ ਸਮਝ ਚੁੱਕੇ ਹਾਂ। ਤਾਂ ਹੁਣ ਅਸੀਂ ਕਾਲਮ ਦੀ ਚੌੜਾਈ ਨੂੰ ਕਿਸ ਤਰ੍ਹਾਂ ਬਦਲ ਸਕਦੇ ਹਾਂ, ਤੁਹਾਨੂੰ ਇੱਕ ਤਸਵੀਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਟੇਬਲ ਪ੍ਰੋਪਰਟੀਜ਼ ਆਪਸ਼ਨ ਦੇ ਵਿੱਚ ਅਸੀਂ ਕਾਲਮ ਟੈਬ ਨੂੰ ਸਿਲੈਕਟ ਕਰਨਾ ਹੈ ਅਤੇ ਉਸ ਦੇ ਵਿੱਚ ਪ੍ਰੈਫਰਡ ਵਿਡਥ ਅਸੀਂ ਫਿਲ ਕਰ ਦੇਣੀ ਹੈ, ਜਿੰਨੀ ਵਿਡਥ ਅਸੀਂ ਕਾਲਮ ਦੀ ਚਾਹੁੰਦੇ ਹਾਂ। ਕਾਲਮ ਦੀ ਵਿਡਥ ਨਿਰਧਾਰਿਤ ਕਰਨ ਤੋਂ ਬਾਅਦ ਅਸੀਂ ਓਕੇ ਬਟਨ 'ਤੇ ਕਲਿੱਕ ਕਰ ਦਿੰਦੇ ਹਾਂ, ਜਿਸ ਦੇ ਨਾਲ
ਕਾਲਮ ਦੀ ਲੋੜੀਂਦੀ ਚੌੜਾਈ ਜੋ ਸਾਨੂੰ ਚਾਹੀਦੀ ਹੈ ਉਹ ਤਿਆਰ ਹੋ ਕੇ ਸਾਡੇ ਸਾਹਮਣੇ ਆ ਜਾਏਗੀ। ਤਾਂ ਇਸ ਦੇ ਲਈ ਤੁਸੀਂ ਕੀ ਕਰਨਾ ਹੈ, ਕਰਸਰ ਉਸ ਕਾਲਮ ਵਿੱਚ ਰੱਖਣਾ ਹੈ ਜਿਸ ਦਾ ਆਕਾਰ ਬਦਲਣਾ ਚਾਹੁੰਦੇ ਹੋ। ਲੇਆਊਟ ਟੈਬ ਤੇ ਕਲਿੱਕ ਕਰਨਾ ਹੈ। ਟੇਬਲ ਗਰੁੱਪ ਤੇ ਪ੍ਰੋਪਰਟੀਜ਼ ਬਟਨ ਤੇ ਕਲਿੱਕ ਕਰਨਾ ਹੈ। ਕਾਲਮ ਦੀ ਚੌੜਾਈ ਨਿਰਧਾਰਿਤ ਕਰਨ ਲਈ ਕਾਲਮ ਟੈਬ ਤੇ ਕਲਿੱਕ ਕਰ ਲੈਣਾ ਹੈ। ਕਾਲਮ ਦੀ ਲੋੜੀਂਦੀ ਚੌੜਾਈ ਨਿਰਧਾਰਿਤ ਕਰ ਲੈਣੀ ਹੈ ਅਤੇ ਓਕੇ ਬਟਨ ਤੇ ਕਲਿੱਕ ਕਰ ਲੈਣਾ ਹੈ, ਜਿਸ ਦੇ ਨਾਲ ਕਾਲਮ ਦੀ ਚੌੜਾਈ ਨੂੰ ਤੁਸੀਂ ਵਧਾ ਜਾਂ ਘਟਾ ਸਕਦੇ ਹੋ। ਤਾਂ ਸਾਡਾ ਅਗਲਾ ਪ੍ਰਸ਼ਨ ਹੈ, ਮਰਜ ਸੈੱਲ ਆਪਸ਼ਨ ਦੀ ਵਰਤੋਂ ਬਾਰੇ ਦੱਸੋ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਸਪਲਿਟ ਸੈੱਲ ਆਪਸ਼ਨ ਨੂੰ ਸਮਝਿਆ ਹੈ, ਜਿਸ ਦੇ ਵਿੱਚ ਅਸੀਂ ਸੈੱਲ ਨੂੰ ਸਪਲਿਟ ਕਰਨਾ ਸਿੱਖਿਆ, ਸੈੱਲ ਨੂੰ ਵੰਡਣਾ ਸਿੱਖਿਆ। ਹੁਣ ਅਸੀਂ ਕਰਾਂਗੇ ਸੈੱਲਾਂ ਨੂੰ ਅਸੀਂ ਕਿਵੇਂ ਜੋੜ ਸਕਦੇ ਹਾਂ। ਇੱਕ ਜਾਂ ਇੱਕ ਤੋਂ ਵੱਧ ਸੈੱਲਾਂ ਨੂੰ ਜੋੜਨ ਨੂੰ ਅਸੀਂ ਮਰਜ ਸੈੱਲ ਆਪਸ਼ਨ ਆਖਦੇ ਹਾਂ। ਇਸ ਨੂੰ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਦਿਖਾ ਰਹੀ ਹਾਂ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਲੇਆਊਟ ਟੈਬ ਦੇ ਵਿੱਚ ਮਰਜ ਸੈੱਲ ਦੀ ਆਪਸ਼ਨ ਹੈ, ਜੋ ਸਪਲਿਟ ਸੈੱਲ ਦੇ ਬਿਲਕੁਲ ਨਾਲ ਹੈ। ਇਸ ਆਪਸ਼ਨ ਤੇ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਤਸਵੀਰ ਵਿੱਚ ਦਿਖਾਏ ਅਨੁਸਾਰ ਸਾਡੇ ਇੱਕ ਜਾਂ ਇੱਕ ਤੋਂ ਵੱਧ ਸੈੱਲ ਮਰਜ ਹੋ ਕੇ ਇਕੱਠੇ ਹੋ ਕੇ ਸਾਨੂੰ ਦਿਖਾਈ ਦੇ ਰਹੇ ਹਨ। ਤਾਂ ਮਰਜ ਸੈੱਲ ਆਪਸ਼ਨ ਦੇ ਨਾਲ ਅਸੀਂ ਸੈੱਲਾਂ ਨੂੰ ਇਕੱਠਾ ਕਰ ਸਕਦੇ ਹਾਂ। ਕਿਸ ਤਰ੍ਹਾਂ ਕਰਨਾ ਹੈ, ਉਹਨਾਂ ਸਾਰੇ ਸੈੱਲਾਂ ਨੂੰ ਅਸੀਂ ਤਾਂ ਅਸੀਂ ਕੀ ਕਰਨਾ ਹੈ, ਉਹਨਾਂ ਸਾਰੇ ਸੈੱਲਾਂ ਨੂੰ ਸਿਲੈਕਟ ਕਰ ਲੈਣਾ ਹੈ ਜਿਨ੍ਹਾਂ ਨੂੰ ਅਸੀਂ ਇੱਕ ਸੈੱਲ ਵਿੱਚ ਇਕੱਠਾ ਕਰਨਾ ਚਾਹੁੰਦੇ ਹਾਂ। ਲੇਆਊਟ ਟੈਬ ਤੇ ਕਲਿੱਕ ਕਰ ਲੈਣਾ ਹੈ। ਮਰਜ ਗਰੁੱਪ ਤੋਂ ਮਰਜ ਸੈੱਲ ਬਟਨ ਤੇ ਕਲਿੱਕ ਕਰ ਲੈਣਾ ਹੈ। ਇਹ ਸਿਲੈਕਟ ਕੀਤੇ ਸੈੱਲਾਂ ਨੂੰ ਇੱਕ ਸੈੱਲ ਵਿੱਚ ਇਕੱਠਾ ਕਰ ਦੇਵੇਗਾ। ਇਹ ਸੀ ਮਰਜ ਸੈੱਲ ਦੀ ਆਪਸ਼ਨ, ਜਿਸ ਦੇ ਨਾਲ ਤੁਸੀਂ ਸੈੱਲਾਂ ਨੂੰ ਇਕੱਠਾ ਕਰ ਸਕਦੇ ਹੋ। ਤਾਂ ਸਾਡਾ ਅਗਲਾ ਪ੍ਰਸ਼ਨ ਹੈ, ਡਾਟਾ ਸੋਰਸ ਕੀ ਹੈ। ਪਿਆਰੇ ਵਿਦਿਆਰਥੀਓ, ਡਾਟਾ ਸੋਰਸ ਕੀ ਹੈ, ਇਸ ਨੂੰ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਂਗੀ। ਐਕਸਲ ਦੇ ਵਿੱਚ ਇੱਕ ਫਾਈਲ ਤਿਆਰ ਕੀਤੀ ਹੈ ਜਿਸ ਦੇ ਵਿੱਚ ਸਟੂਡੈਂਟ ਦਾ ਡਾਟਾ ਇਕੱਠਾ ਕਰ ਲਿਆ ਹੈ। 9ਵੀਂ ਕਲਾਸ ਦੇ ਸਟੂਡੈਂਟ ਦਾ ਡਾਟਾ ਅਸੀਂ ਇੱਥੇ ਇਕੱਠਾ ਕੀਤਾ ਹੈ ਫਾਈਲ ਦੇ ਵਿੱਚ, ਜਿਸ ਦੇ ਵਿੱਚ ਫੀਲਡ ਨੇਮ ਲਏ ਹਨ, ਸੀਰੀਅਲ ਨੰਬਰ, ਐਡਮਿਸ਼ਨ ਡੇਟ, ਰੋਲ ਨੰਬਰ, ਨੇਮ, ਫਾਦਰ ਨੇਮ। ਇਹ ਸਾਰੇ ਫੀਲਡ ਨੇਮ ਲੈ ਕੇ ਅਸੀਂ ਇੱਕ ਡਾਟਾ ਫਾਈਲ ਤਿਆਰ ਕਰ ਲਈ ਹੈ, ਜਿਸ ਨੂੰ ਅਸੀਂ ਡਾਟਾ ਸੋਰਸ ਫਾਈਲ ਵੀ ਆਖਦੇ ਹਾਂ। ਇਸ ਫਾਈਲ ਦੀ ਵਰਤੋਂ ਅਸੀਂ MS ਵਰਡ ਦੇ ਵਿੱਚ ਕਿਸ ਤਰ੍ਹਾਂ ਕਰਨੀ ਹੈ ਉਹ ਅਸੀਂ ਅੱਗੇ ਪ੍ਰਸ਼ਨ ਦੇ ਵਿੱਚ ਸਮਝਾਂਗੇ। ਤਾਂ ਇਸ ਪ੍ਰਸ਼ਨ ਦੇ ਵਿੱਚ ਤੁਸੀਂ ਸਿਰਫ ਇਹ ਧਿਆਨ ਰੱਖਣਾ ਹੈ ਕਿ ਡਾਟਾ ਸੋਰਸ ਕੀ ਹੁੰਦਾ ਹੈ। ਇੱਕ ਫਾਈਲ ਹੈ ਜਿਸ ਦੇ ਵਿੱਚ ਅਸੀਂ ਕਈ ਵਿਦਿਆਰਥੀਆਂ ਦਾ, ਕਈ ਇੰਪਲਾਈਜ਼ ਦਾ ਡਾਟਾ ਇਕੱਠਾ ਕਰਕੇ ਰੱਖ ਸਕਦੇ ਹਾਂ। ਤਾਂ ਡਾਟਾ ਸੋਰਸ ਕੀ ਹੈ, ਡਾਟਾ ਸੋਰਸ ਵੱਖ-ਵੱਖ ਪਤਿਆਂ ਦੀ ਇੱਕ ਲਿਸਟ ਹੁੰਦੀ ਹੈ, ਜਿਸ ਦੇ ਵਿੱਚ ਅਸੀਂ ਕਿਸੇ ਦਾ ਵੀ ਨਾਮ, ਪਤਾ, ਸ਼ਹਿਰ, ਪਿੰਨ, ਟੈਲੀਫੋਨ ਨੰਬਰ ਆਦਿ ਸ਼ਾਮਿਲ ਕਰ ਸਕਦੇ ਹਾਂ। ਇਹ ਡਾਟਾ ਫੀਲਡ ਦੇ ਨਾਮ ਨਾਲ ਸਾਰਣੀਬੱਧ ਰੂਪ ਵਿੱਚ ਇਕੱਠੇ ਕੀਤੇ ਹੁੰਦੇ ਹਨ। ਡਾਟਾ ਸੋਰਸ ਮੁੱਖ ਡਾਕੂਮੈਂਟ ਨਾਲ ਸੰਬੰਧਿਤ ਹੁੰਦਾ ਹੈ, ਇਸ ਲਈ ਫੀਲਡ ਦੇ ਨਾਮਾਂ ਨੂੰ ਮੁੱਖ ਡਾਕੂਮੈਂਟ ਵਿੱਚ ਵਰਤਿਆ ਜਾ ਸਕਦਾ ਹੈ। ਡਾਟਾ ਸੋਰਸ ਨੂੰ ਮੁੱਖ ਡਾਕੂਮੈਂਟ ਵਿੱਚ ਇਨਸਰਟ ਕਰਨਾ ਬਹੁਤ ਆਸਾਨ ਹੁੰਦਾ ਹੈ। ਪਿਆਰੇ ਵਿਦਿਆਰਥੀਓ, MS ਵਰਡ ਦੇ ਵਿੱਚ ਡਾਟਾ ਸੋਰਸ ਦੀ ਫਾਈਲ ਨੂੰ ਅਸੀਂ ਜੋੜ ਕੇ ਇੱਕ ਤਰ੍ਹਾਂ ਦੀ ਚਿੱਠੀ ਨੂੰ ਕਈ ਵਿਅਕਤੀਆਂ ਤੱਕ ਪਹੁੰਚਾ ਸਕਦੇ ਹਾਂ। ਕਿਸ ਤਰ੍ਹਾਂ ਨਾਲ ਅਸੀਂ ਇਸ ਫਾਈਲ ਨੂੰ ਜੋੜਨਾ ਹੈ ਉਹ ਅਸੀਂ ਅੱਗੇ ਸਮਝਾਂਗੇ। ਤਾਂ ਡਾਟਾ ਸੋਰਸ ਦੇ ਵਿੱਚ ਇੱਕ ਮੇਨ ਜੋ ਪੁਆਇੰਟ ਆਇਆ ਹੈ, ਫੀਲਡ ਨੇਮ, ਇਸ ਨੂੰ ਤੁਸੀਂ ਸਮਝਣਾ ਹੈ। ਫੀਲਡ ਨੇਮ ਹੈ ਜੋ ਇਹਨਾਂ ਡਾਟੇ ਦੇ ਵਿੱਚ ਉੱਪਰ ਹੈਡਿੰਗ ਦਿੱਤੇ ਹੋਏ ਹਨ, ਇਹਨਾਂ ਨੂੰ ਅਸੀਂ ਫੀਲਡ ਨੇਮ ਲਿਖਦੇ ਹਾਂ, ਕਿਉਂਕਿ ਇਹਨਾਂ ਫੀਲਡ ਨੇਮ ਦੀ ਹੀ ਵਰਤੋਂ ਅੱਗੇ ਮੁੱਖ ਡਾਕੂਮੈਂਟ ਦੇ ਵਿੱਚ ਹੁੰਦੀ ਹੈ। ਤਾਂ ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਅੱਗੇ ਅਸੀਂ ਕਰਦੇ ਹਾਂ ਸਾਡਾ ਪ੍ਰਸ਼ਨ, ਮੁੱਖ ਡਾਕੂਮੈਂਟ ਕੀ ਹੈ। ਮੁੱਖ ਡਾਕੂਮੈਂਟ ਪਿਆਰੇ ਵਿਦਿਆਰਥੀਓ ਇੱਕ ਉਹ ਡਾਕੂਮੈਂਟ ਹੁੰਦਾ ਹੈ ਜਿਸ ਨੂੰ ਅਸੀਂ MS ਵਰਡ ਦੇ ਵਿੱਚ ਤਿਆਰ ਕਰ ਲੈਂਦੇ ਹਾਂ, ਅਤੇ ਇੱਕ ਤਿਆਰ ਕੀਤੇ ਹੋਏ ਡਾਕੂਮੈਂਟ ਨੂੰ ਹੀ ਅਸੀਂ ਕਈ ਵਿਅਕਤੀਆਂ ਤੱਕ ਪਹੁੰਚਾ ਸਕਦੇ ਹਾਂ, ਜਿਸ ਦੇ ਨਾਲ ਸਾਡੇ ਸਮੇਂ ਦੀ ਬੱਚਤ ਹੁੰਦੀ ਹੈ। ਮੁੱਖ ਡਾਕੂਮੈਂਟ ਵਰਡ ਦਾ ਉਹ ਡਾਕੂਮੈਂਟ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ। ਇਹ ਚਿੱਠੀਆਂ ਨੂੰ ਵੱਖ-ਵੱਖ ਪਤਿਆਂ 'ਤੇ ਭੇਜਣ ਲਈ ਸਮੇਂ ਦੀ ਬੱਚਤ ਕਰਦਾ ਹੈ। ਉਦਾਹਰਨ ਲਈ, ਜੇ ਸਕੂਲ ਵਿੱਚ ਇੱਕ ਨਿਮੰਤਰਣ ਪੱਤਰ 100 ਬੱਚਿਆਂ ਨੂੰ ਭੇਜਣਾ ਹੈ ਤਾਂ ਉਸ ਲਈ ਇੱਕ ਮੁੱਖ ਡਾਕੂਮੈਂਟ MS ਵਰਡ ਵਿੱਚ ਵੱਖਰੇ ਤੌਰ 'ਤੇ ਤਿਆਰ ਕਰ ਲਿਆ ਜਾਂਦਾ ਹੈ, ਜਿਸ ਵਿੱਚ ਪਹਿਲਾਂ ਤੋਂ ਤਿਆਰ ਕੀਤੀ ਹੋਈ MS ਐਕਸਲ ਦੀ 100 ਬੱਚਿਆਂ ਦੀ ਡਾਟਾ ਸੋਰਸ ਫਾਈਲ
ਡਾਟਾ ਸੋਰਸ ਫਾਈਲ ਜੋ ਐਕਸਲ ਵਿੱਚ ਤਿਆਰ ਕੀਤੀ ਹੈ ਉਸ ਨੂੰ ਅਸੀਂ ਜੋੜ ਦਿੰਦੇ ਹਾਂ। ਇਸ ਤਰ੍ਹਾਂ ਨਾਲ ਇੱਕ ਮੁੱਖ ਡਾਕੂਮੈਂਟ ਵਿੱਚ 100 ਬੱਚਿਆਂ ਤੱਕ ਪੱਤਰ ਪਹੁੰਚਾਇਆ ਜਾ ਸਕਦਾ ਹੈ, ਜਿਸ ਦੇ ਨਾਲ ਸਮੇਂ ਦੀ ਬਚਤ ਹੁੰਦੀ ਹੈ। ਤਾਂ ਅੱਗੇ ਅਸੀਂ ਕਰਾਂਗੇ ਕਿ ਇਹ ਸਾਰਾ ਕੰਮ ਅਸੀਂ ਕਰਨਾ ਕਿਵੇਂ ਹੈ। ਉਸ ਦੇ ਲਈ ਅਸੀਂ ਕਰਾਂਗੇ ਸਾਡੇ ਵੱਡਾ ਪ੍ਰਸ਼ਨ ਜੋ ਹੈ ਸ਼ਬਦ ਮੇਲ ਮਰਜ ਤੋਂ ਤੁਸੀਂ ਕੀ ਸਮਝਦੇ ਹੋ। ਸ਼ਬਦ ਮੇਲ ਮਰਜ, ਜਿਸ ਦੇ ਵਿੱਚ ਅਸੀਂ ਇੱਕ ਚਿੱਠੀ ਨੂੰ ਇੱਕ ਡਾਟਾ ਸੋਰਸ ਫਾਈਲ ਨਾਲ, ਮੁੱਖ ਡਾਕੂਮੈਂਟ ਫਾਈਲ ਨੂੰ ਡਾਟਾ ਸੋਰਸ ਦੀ ਫਾਈਲ ਨਾਲ ਜੋੜ ਦਿੰਦੇ ਹਾਂ, ਜਿਸ ਦੇ ਨਾਲ 100 ਵਿਅਕਤੀਆਂ ਤੋਂ ਵੱਧ ਤੱਕ ਵੀ ਅਸੀਂ ਇੱਕ ਚਿੱਠੀ ਨੂੰ ਆਸਾਨੀ ਨਾਲ ਪਹੁੰਚਾ ਸਕਦੇ ਹਾਂ। ਤਾਂ ਸ਼ਬਦ ਮੇਲ ਮਰਜ ਕੀ ਹੈ? ਕਈ ਵਾਰ ਇੱਕੋ ਜਿਹੀ ਜਾਣਕਾਰੀ ਵਾਲੀਆਂ ਚਿੱਠੀਆਂ ਵੱਖ-ਵੱਖ ਥਾਵਾਂ ਉੱਤੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਭੇਜੀਆਂ ਜਾਂਦੀਆਂ ਹਨ। ਪੱਤਰ ਦੇ ਉੱਪਰਲੇ ਪਾਸੇ ਪ੍ਰਾਪਤਕਰਤਾ ਦਾ ਪਤਾ ਲਿਖਿਆ ਜਾਂਦਾ ਹੈ। ਇਸ ਲਈ ਹਰ ਵਾਰ ਡਾਕੂਮੈਂਟ ਪੱਤਰ ਤੋਂ ਪਤਾ ਬਦਲਿਆ ਜਾਂਦਾ ਹੈ, ਜੋ ਕਿ ਇੱਕ ਲੰਮਾ ਕੰਮ ਹੈ ਤੇ ਇਸ ਨਾਲ ਸਮੇਂ ਅਤੇ ਮਿਹਨਤ ਦੀ ਬਰਬਾਦੀ ਹੁੰਦੀ ਹੈ। ਮੇਲ ਮਰਜ ਦੀ ਵਰਤੋਂ ਨਾਲ ਡਾਟਾ ਸੋਰਸ ਨੂੰ ਮੁੱਖ ਡਾਕੂਮੈਂਟ ਨਾਲ ਮਿਲਾਉਣ ਲਈ ਕੀਤੀ ਜਾਂਦੀ ਹੈ, ਜਿਸ ਨੂੰ ਮਿਲਾ ਕੇ ਅਸੀਂ ਕਈ ਵਿਅਕਤੀ ਤੱਕ ਡਾਟੇ ਨੂੰ ਅਸੀਂ ਪਹੁੰਚਾ ਸਕਦੇ ਹਾਂ। ਤਾਂ ਇਸ ਨੂੰ ਕਿਸ ਤਰ੍ਹਾਂ ਕਰਨਾ ਹੈ, ਇਸ ਦੇ ਸਟੈਪ ਹਨ। ਮੇਲ ਮਰਜ ਨੂੰ ਕਰਨ ਦੇ ਕੀ ਸਟੈਪ ਹਨ ਉਹ ਤੁਸੀਂ ਧਿਆਨ ਨਾਲ ਸਮਝਣੇ ਹਨ ਅਤੇ ਇਸ ਨੂੰ ਤੁਸੀਂ ਕਰਕੇ ਵੀ ਦੇਖ ਸਕਦੇ ਹੋ। ਪ੍ਰੈਕਟੀਕਲ ਵਰਕ ਹੈ ਇਹ। ਤਾਂ ਸਭ ਤੋਂ ਪਹਿਲਾਂ ਮੇਲਿੰਗ ਟੈਬ MS ਵਰਡ ਦੇ ਵਿੱਚ ਮੇਲਿੰਗ ਟੈਬ ਉੱਪਰ ਕਲਿੱਕ ਕਰਨਾ ਹੈ। ਸਟਾਰਟ ਮੇਲ ਮਰਜ ਤੇ ਕਲਿੱਕ ਕਰ ਲੈਣਾ ਹੈ। ਲੈਟਰ ਆਪਸ਼ਨ ਤੇ ਕਲਿੱਕ ਕਰਨਾ ਹੈ। ਸਿਲੈਕਟ ਰੈਸੀਪੀਐਂਟਸ ਵਿੱਚੋਂ ਯੂਜ਼ ਐਗਜ਼ਿਸਟਿੰਗ ਲਿਸਟ ਦੀ ਚੋਣ ਕਰਨੀ ਹੈ, ਜੋ ਤੁਹਾਡੇ ਦੁਆਰਾ ਪਹਿਲਾਂ ਤੋਂ ਬਣੀਆਂ ਹੋਈਆਂ ਡਾਟਾ ਸੋਰਸ ਦੀ ਫਾਈਲ ਨਾਲ ਜੋੜੇਗੀ। ਤਾਂ ਭਾਵ ਐਕਸਲ ਦੇ ਵਿੱਚ ਜੋ ਮੇਰੀ ਡਾਟਾ ਸੋਰਸ ਦੀ ਫਾਈਲ ਮੈਂ ਤੁਹਾਨੂੰ ਦਿਖਾਈ ਸੀ, ਉਸ ਫਾਈਲ ਨੂੰ ਇੱਥੇ ਓਪਨ ਕਰਾਂਗੇ ਤਾਂ ਇਹ ਫਾਈਲ ਨੂੰ ਅਸੀਂ ਮੁੱਖ ਡਾਕੂਮੈਂਟ ਦੇ ਨਾਲ ਜੋੜ ਕੇ ਅਸੀਂ ਮੇਲ ਮਰਜ ਨੂੰ ਪੂਰਾ ਕਰ ਸਕਦੇ ਹਾਂ। ਤਾਂ ਅਗਲਾ ਸਟੈਪ ਹੈ ਆਪਣੇ ਡਾਕੂਮੈਂਟ ਵਿੱਚ ਕਰਸਰ ਨੂੰ ਉਸ ਥਾਂ 'ਤੇ ਰੱਖਣਾ ਹੈ ਜਿੱਥੇ ਤੁਸੀਂ ਮਰਜ ਫੀਲਡ ਦਾਖਲ ਕਰਨੇ ਹਨ। ਮਰਜ ਫੀਲਡ ਦਾ ਮਤਲਬ ਹੈ ਡਾਟਾ ਸੋਰਸ ਦੇ ਉੱਪਰਲੇ ਫੀਲਡ, ਕਿੱਥੇ ਕਿਹੜਾ ਫੀਲਡ ਤੁਸੀਂ ਐਡ ਕਰਨਾ ਹੈ। ਮੰਨ ਲਓ ਇੱਕ ਵਿਅਕਤੀ ਦਾ ਨਾਮ, ਉਸ ਦੇ ਨੀਚੇ ਉਸ ਦਾ ਪਤਾ, ਉਸ ਦਾ ਰੋਲ ਨੰਬਰ, ਤਾਂ ਇੱਕੋ ਲਾਈਨ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਉਸ ਨੂੰ ਰੱਖਣਾ ਹੈ ਫੀਲਡ ਨੂੰ, ਉੱਥੇ ਕਲਿੱਕ ਕਰਦੇ ਜਾਣਾ ਹੈ। ਇੰਸਰਟ ਮਰਜ ਫੀਲਡ ਬਟਨ 'ਤੇ ਕਲਿੱਕ ਕਰਨਾ ਹੈ। ਹੁਣ ਇੱਕ ਇੱਕ ਕਰਕੇ ਫੀਲਡ ਇੰਸਰਟ ਕਰਦੇ ਜਾਣੇ ਹੈ। ਪ੍ਰੀਵਿਊ ਬਟਨ 'ਤੇ ਕਲਿੱਕ ਕਰ ਲੈਣਾ ਹੈ। ਰਿਕਾਰਡ ਤਿਆਰ ਹੋ ਜਾਵੇਗਾ। ਇੱਕ ਸਟੂਡੈਂਟ ਦਾ ਇੱਕ ਰਿਕਾਰਡ, ਇੱਕ ਫਾਈਲ ਤਿਆਰ ਹੋ ਜਾਏਗੀ। ਸਾਰੇ ਰਿਕਾਰਡ ਦੇਖਣ ਲਈ ਐਡਿਟ ਟੂ ਇੰਡੀਵਿਜੂਅਲਸ ਆਪਸ਼ਨ ਉੱਥੇ ਆਉਂਦੀ ਹੈ, ਉਸ 'ਤੇ ਕਲਿੱਕ ਕਰ ਲੈਣਾ ਹੈ। ਆਲ ਆਪਸ਼ਨ ਦੀ ਚੋਣ ਕਰਨੀ ਹੈ, ਓਕੇ 'ਤੇ ਕਲਿੱਕ ਕਰਨਾ ਹੈ। ਸਾਰੇ ਰਿਕਾਰਡ ਵਾਲੀ ਆਪਣੀ ਫਾਈਲ ਨੂੰ ਸੇਵ ਕਰ ਲੈਣਾ ਹੈ। ਪਿਆਰੇ ਵਿਦਿਆਰਥੀਓ, ਜੋ 13 ਸਟੈਪ ਤੁਹਾਨੂੰ ਦਿਖਾਏ ਹਨ, ਬਿਲਕੁਲ ਸੇਮ ਇਸੇ ਤਰ੍ਹਾਂ ਹੀ ਜੇ ਤੁਸੀਂ ਕਰਦੇ ਹੋ ਤਾਂ ਬੜੀ ਆਸਾਨੀ ਦੇ ਨਾਲ ਤੁਸੀਂ ਮੇਲ ਮਰਜ ਨੂੰ ਕਰਨਾ ਸਿੱਖ ਸਕਦੇ ਹੋ। ਮੈਂ ਇੱਕ ਰਿਪੋਰਟ ਕਾਰਡ ਮੇਲ ਮਰਜ ਦੇ ਨਾਲ ਹੀ ਤਿਆਰ ਕੀਤੇ ਹਨ, ਸਾਡੇ ਸਕੂਲ ਦੇ ਵਿਦਿਆਰਥੀਆਂ ਦੇ ਸਾਲਾਨਾ ਰਿਪੋਰਟ ਕਾਰਡ, ਜਿਸ ਦਾ ਮੈਂ YouTube ਲਿੰਕ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੀ, ਜਿਸ ਨੂੰ ਤੁਸੀਂ ਦੇਖ ਕੇ ਆਸਾਨੀ ਨਾਲ ਮੇਲ ਮਰਜ ਕਰਨਾ ਸਿੱਖ ਸਕਦੇ ਹੋ। ਤਾਂ ਅੱਗੇ ਅਸੀਂ ਕਰਾਂਗੇ ਸਾਡਾ ਅਗਲਾ ਪ੍ਰਸ਼ਨ, ਅਸੀਂ ਆਪਣੇ ਡਾਕੂਮੈਂਟ ਵਿੱਚ ਟੇਬਲ ਕਿਸ ਤਰ੍ਹਾਂ ਇੰਸਰਟ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਟੇਬਲ ਕੀ ਹੁੰਦਾ ਹੈ, ਟੇਬਲ ਕਿੰਨੇ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ, ਇਹ ਮੈਂ ਤੁਹਾਨੂੰ ਦੱਸਿਆ ਹੈ। ਤਾਂ ਅੱਗੇ ਹੈ ਕੋਈ ਵੀ ਇੱਕ ਤਰੀਕਾ ਜਿਸ ਦੀ ਵਿਆਖਿਆ ਕਰਾਂਗੇ ਕਿ ਕਿਸ ਤਰ੍ਹਾਂ ਨਾਲ ਅਸੀਂ ਟੇਬਲ ਨੂੰ ਬਣਾ ਸਕਦੇ ਹਾਂ। ਤਾਂ ਇਸ ਦੇ ਵਿੱਚ ਅਸੀਂ ਕਰਦੇ ਹਾਂ, ਪ੍ਰਸ਼ਨ ਹੈ ਸਾਡਾ, ਆਪਣੇ ਡਾਕੂਮੈਂਟ ਵਿੱਚ ਉਸ ਥਾਂ ਉੱਤੇ ਕਲਿੱਕ ਕਰਨਾ ਜਿੱਥੇ ਤੁਸੀਂ ਟੇਬਲ ਬਣਾਉਣਾ ਚਾਹੁੰਦੇ ਹੋ। ਇੰਸਰਟ ਟੈਬ ਤੇ ਟੇਬਲ ਗਰੁੱਪ ਵਿੱਚ ਟੇਬਲ ਬਟਨ 'ਤੇ ਕਲਿੱਕ ਕਰ ਲੈਣਾ ਹੈ। ਗ੍ਰਿਡ ਵਿੱਚ ਲੋੜੀਂਦੇ ਰੋ ਤੇ ਕਾਲਮ ਨੂੰ ਮਾਊਸ ਪੁਆਇੰਟਰ ਨਾਲ ਘੁਮਾ ਕੇ ਤੁਸੀਂ ਸਿਲੈਕਟ ਕਰ ਲੈਣਾ ਹੈ, ਤਾਂ ਤੁਹਾਡੇ ਵਰਕਿੰਗ ਏਰੀਆ ਦੇ ਵਿੱਚ ਟੇਬਲ ਇੰਸਰਟ ਹੋ ਜਾਵੇਗੀ। ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਅਸੀਂ ਟੇਬਲ ਬਣਾ ਸਕਦੇ ਹਾਂ। ਬਹੁਤ ਹੀ ਆਸਾਨ ਹੈ। ਇੱਕ ਵਾਰ ਫਿਰ ਤੋਂ ਦੇਖਦੇ ਹਾਂ। ਟੇਬਲ ਆਪਸ਼ਨ ਦੀ ਚੋਣ ਕਰਨੀ ਹੈ। ਗ੍ਰਿਡ ਨਜ਼ਰ ਆ ਰਹੀ ਹੈ। ਇਸ ਗ੍ਰਿਡ ਦੇ ਵਿੱਚ ਮਾਊਸ ਨੂੰ ਡਰੈਗ ਕਰਕੇ ਲੋੜੀਂਦੇ ਰੋ ਅਤੇ ਕਾਲਮ ਨਿਰਧਾਰਿਤ ਕਰਕੇ ਤੁਸੀਂ ਆਪਣੇ ਡਾਕੂਮੈਂਟ ਵਿੱਚ ਟੇਬਲ ਇੰਸਰਟ ਕਰ ਸਕਦੇ ਹੋ। ਤਾਂ ਅੱਗੇ ਸਾਡਾ ਅਗਲਾ ਪ੍ਰਸ਼ਨ ਹੈ, ਟੇਬਲ ਦੀ ਅਲਾਈਨਮੈਂਟ ਕਰਨ ਦਾ ਕੀ ਤਰੀਕਾ ਹੈ। ਅਲਾਈਨਮੈਂਟ ਦਾ ਭਾਵ ਹੈ ਜੋ ਅਸੀਂ ਟੇਬਲ ਤਿਆਰ ਕਰਦੇ ਹਾਂ ਉਸ ਨੂੰ ਅਸੀਂ ਕਿਸ ਤਰੀਕੇ ਨਾਲ ਆਪਣੀ ਮਰਜ਼ੀ ਅਨੁਸਾਰ ਸੈੱਟ ਕਰ ਸਕਦੇ ਹਾਂ। ਕਿੱਥੇ ਅਸੀਂ ਉਸ ਨੂੰ ਰੱਖਣਾ ਹੈ ਉੱਥੇ ਅਸੀਂ ਸੈੱਟ ਕਰਕੇ ਰੱਖ ਸਕਦੇ ਹਾਂ। ਤਾਂ ਇਸ ਦੇ ਲਈ ਕਰਸਰ ਨੂੰ ਟੇਬਲ ਦੀ ਕਿਸੇ ਵੀ ਥਾਂ ਉੱਤੇ ਰੱਖ ਲੈਣਾ ਹੈ। ਲੇਆਊਟ ਟੈਬ 'ਤੇ ਕਲਿੱਕ ਕਰ ਲੈਣਾ ਹੈ। ਟੇਬਲ ਗਰੁੱਪ 'ਤੇ ਪ੍ਰੋਪਰਟੀਜ਼ ਬਟਨ 'ਤੇ ਕਲਿੱਕ ਕਰਨਾ ਹੈ। ਟੇਬਲ ਟੈਬ ਨੂੰ ਸਿਲੈਕਟ ਕਰਨਾ ਹੈ। ਆਪਣੀ ਪਸੰਦ ਮੁਤਾਬਿਕ ਖੱਬੇ, ਸੱਜੇ ਜਾਂ ਵਿਚਕਾਰ ਦੀ ਚੋਣ ਕਰ ਲੈਣੀ ਹੈ। ਓਕੇ ਬਟਨ 'ਤੇ ਕਲਿੱਕ ਕਰ ਲੈਣਾ ਹੈ। ਇਸ ਦੇ ਨਾਲ ਟੇਬਲ ਦੀ ਅਲਾਈਨਮੈਂਟ
ਕੀਤੀ ਜਾ ਸਕਦੀ ਹੈ। ਤਾਂ ਅੱਗੇ ਹੈ ਪਿਆਰੇ ਵਿਦਿਆਰਥੀਓ, ਜੋ ਵੀ ਅਸੀਂ ਇਸ ਪਾਠ ਵਿੱਚ ਸਮਝਿਆ ਉਸ ਦੇ ਨਾਲ ਸੰਬੰਧਿਤ ਕੁਝ ਜ਼ਰੂਰੀ ਗੱਲਾਂ ਜੋ ਤੁਸੀਂ ਯਾਦ ਰੱਖਣੀਆਂ ਹਨ। ਰੋ ਅਤੇ ਕਾਲਮ ਦੇ ਕਾਟ ਖੇਤਰ ਨੂੰ ਅਸੀਂ ਸੈੱਲ ਆਖਦੇ ਹਾਂ। ਟੇਬਲ ਸਟਾਈਲ ਵਰਡ ਦੀ ਉਹ ਵਿਸ਼ੇਸ਼ਤਾ ਹੈ ਜਿਸ ਨਾਲ ਅਸੀਂ ਟੇਬਲ ਦਾ ਕਲਰ ਦਿੱਖ ਬਦਲ ਸਕਦੇ ਹਾਂ। ਇੱਕ ਸੈੱਲ ਨੂੰ ਇੱਕ ਤੋਂ ਵੱਧ ਸੈੱਲਾਂ ਵਿੱਚ ਵੰਡਣ ਨੂੰ ਸਪਲਿਟਿੰਗ ਕਿਹਾ ਜਾਂਦਾ ਹੈ। ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਆਪਸ ਵਿੱਚ ਜੋੜਨ ਨੂੰ, ਸੈੱਲ ਬਣਾਉਣ ਨੂੰ ਮਰਜਿੰਗ ਕਿਹਾ ਜਾਂਦਾ ਹੈ। ਮੇਲ ਮਰਜ ਵਿਸ਼ੇਸ਼ਤਾ ਵਿੱਚ ਦੋ ਡਾਕੂਮੈਂਟ ਨੂੰ ਜੋੜਿਆ ਜਾਂਦਾ ਹੈ ਜਿਸ ਨੂੰ ਮੇਲ ਮਰਜ ਆਖਦੇ ਹਾਂ। ਤਾਂ ਅੱਗੇ ਹੈ ਇਸ ਪਾਠ ਦੇ ਨਾਲ ਸੰਬੰਧਿਤ ਖਾਲੀ ਥਾਵਾਂ। ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿੱਚ ਕਿਹੜੀ ਕੀ ਵਰਤੀ ਜਾਂਦੀ ਹੈ। ਟੇਬਲ ਦੇ ਵਿੱਚ ਸੈੱਲ ਬਣੇ ਹੁੰਦੇ ਹਨ। ਇੱਕ ਸੈੱਲ ਤੋਂ ਦੂਜੇ ਸੈੱਲ ਦੇ ਵਿੱਚ ਜੇ ਅਸੀਂ ਜਾਣਾ ਹੈ ਤਾਂ ਅਸੀਂ ਟੈਬ ਕੀ ਦੀ ਵਰਤੋਂ ਕਰਦੇ ਹਾਂ। ਟੇਬਲ ਬਟਨ ਡੈਸ਼ ਟੈਬ ਵਿੱਚ ਮੌਜੂਦ ਹੁੰਦਾ ਹੈ। ਇਨਸਰਟ, ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ਪ੍ਰੋਪਰਟੀਜ਼ ਬਟਨ ਤੋਂ ਬਦਲ ਸਕਦੇ ਹਾਂ। ਡੈਸ਼ ਵਿੱਚ ਟੈਕਸਟ ਹੁੰਦਾ ਹੈ ਜੋ ਸਾਰੀਆਂ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਮਰਜ ਡਾਕੂਮੈਂਟ। ਡੈਸ਼ ਵਿੱਚ ਮੇਲਿੰਗ ਲਿਸਟ ਹੁੰਦੀ ਹੈ। ਡਾਟਾ ਸੋਰਸ ਦੀ ਫਾਈਲ ਜੋ ਅਸੀਂ ਐਕਸਲ ਵਿੱਚ ਤਿਆਰ ਕੀਤੀ ਸੀ ਉਸ ਦੇ ਵਿੱਚ ਸਾਰਿਆਂ ਦਾ ਪਤਾ ਹੁੰਦਾ ਹੈ। ਮੇਲਿੰਗ ਲਿਸਟ ਉਸ ਨੂੰ ਅਸੀਂ ਬੋਲਦੇ ਹਾਂ। ਤਾਂ ਅੱਗੇ ਹੈ ਇਸ ਪਾਠ ਦੇ ਨਾਲ ਸੰਬੰਧਿਤ ਸਹੀ ਗਲਤ ਜੋ ਅਸੀਂ ਸਮਝਾਂਗੇ। ਤਾਂ ਸਭ ਤੋਂ ਪਹਿਲਾਂ ਹੈ ਸ਼ਿਫਟ ਪਲੱਸ ਟੈਬ ਕੀ ਦੇ ਨਾਲ ਅੱਗੇ ਸੈੱਲ ਵਿੱਚ ਜਾਂਦੇ ਹਾਂ। ਅਗਲੇ ਸੈੱਲ ਵਿੱਚ ਜਾਣ ਲਈ ਤੁਹਾਨੂੰ ਦੱਸਿਆ ਹੈ ਸਿਰਫ ਟੈਬ ਕੀ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਗਲਤ ਹੈ। ਰੋ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਹਿੰਦੇ ਹਾਂ, ਇਹ ਸਹੀ ਹੈ। ਡਾਟਾ ਸੋਰਸ ਵਰਡ ਦਾ ਉਹ ਡਾਕੂਮੈਂਟ ਹੈ ਜਿਸ ਵਿੱਚ ਦੂਜਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ। ਦੂਜਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਮੁੱਖ ਡਾਕੂਮੈਂਟ ਵਿੱਚ ਹੁੰਦੀ ਹੈ, ਤਾਂ ਇਹ ਗਲਤ ਹੈ। ਟੇਬਲ ਗਰੁੱਪ ਵਿੱਚ ਸਪਲਿਟ ਸੈੱਲ ਆਪਸ਼ਨ ਹੁੰਦੀ ਹੈ, ਇਹ ਵੀ ਗਲਤ ਹੈ। ਸਪਲਿਟ ਸੈੱਲ ਆਪਸ਼ਨ ਤੁਹਾਨੂੰ ਦੱਸਿਆ ਹੈ ਲੇਆਊਟ ਟੈਬ ਦੇ ਵਿੱਚ ਹੁੰਦੀ ਹੈ। ਸੈੱਲਾਂ ਨੂੰ ਟੇਬਲ ਵਿੱਚ ਮਰਜ ਨਹੀਂ ਕੀਤਾ ਜਾ ਸਕਦਾ, ਇਹ ਗਲਤ ਹੈ, ਅਸੀਂ ਮਰਜ ਕਰ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਇਸ ਪਾਠ ਦੇ ਵਿੱਚ ਜੋ ਵੀ ਟੌਪਿਕ ਮੈਂ ਕਵਰ ਕੀਤੇ ਹਨ ਤੁਸੀਂ ਉਸ ਨੂੰ ਧਿਆਨ ਨਾਲ ਸਮਝਿਆ ਹੋਵੇਗਾ ਅਤੇ ਉਸ ਦਾ ਪ੍ਰੈਕਟੀਕਲ ਵੀ ਤੁਸੀਂ ਪ੍ਰਸ਼ਨ ਵਾਈਜ਼ ਆਪਣੇ ਆਪ ਕਰਕੇ ਦੇਖ ਸਕਦੇ ਹੋ। ਇਹ ਸਾਰਾ ਕੰਮ ਮੋਬਾਈਲ 'ਤੇ ਵੀ ਕੀਤਾ ਜਾ ਸਕਦਾ ਹੈ। ਉਮੀਦ ਕਰਦੀ ਹਾਂ ਤੁਸੀਂ ਮੇਰੇ ਦੁਆਰਾ ਸਮਝਾਏ ਗਏ ਸਾਰੇ ਪ੍ਰਸ਼ਨਾਂ ਨੂੰ ਧਿਆਨ ਨਾਲ ਸਮਝਿਆ ਹੋਵੇਗਾ ਅਤੇ ਇਸ ਨੂੰ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰੋਗੇ। ਤਾਂ ਅੰਤ ਵਿੱਚ ਮੈਂ ਮੇਰੇ ਦਿਸ਼ਾ ਨਿਰਦੇਸ਼ਕ ਸਰਦਾਰ ਹਰਪ੍ਰੀਤ ਸਿੰਘ ਜੋ ਕੰਪਿਊਟਰ ਸਾਇੰਸ ਦੇ DM ਹਨ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ। ਤਾਂ ਮੈਂ ਉਹਨਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ।